ਪੰਜਾਬ ਨੇ ਬੜਾ ਦਰਦ ਹੰਢਾਇਆ। ਉਹ ਦਰਦ ਹੈਗਾ 84 ਦਾ, ਜਿੱਥੇ ਇੱਕ ਪਾਸੇ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਗਈਆਂ, ਉੱਥੇ ਹੀ ਦੂਜੇ ਪਾਸੇ ਉਹ ਦਰਦ ਸੀ ਜਿਹੜਾ ਅੱਜ ਵੀ ਨਸੂਰ ਬਣ ਕੇ ਦਿਲਾਂ ਦੇ ਵਿੱਚ ਬੈਠਾ ਹੈ। ਕਿਉਂਕਿ ਉਸ ਚੀਜ਼ ਨੂੰ ਰੋਕਣ ਦੇ ਲਈ ਜਦੋਂ ਖਾੜਕੂਵਾਦ ਪੈਦਾ ਹੋਇਆ ਤੇ ਉਦੋਂ ਜਿਹੜੇ ਨੌਜਵਾਨ ਸੀਗੇ ਉਹ ਘਰੋਂ ਚੁੱਕ ਲਏ ਗਏ, ਤਸੀਹੇ ਦਿੱਤੇ ਗਏ, ਬਹੁਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਹਨਾਂ ਵਿੱਚੋਂ ਕੁਝ ਅੱਜ ਵੀ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਬੰਦ ਨੇ। ਉਹਨਾਂ ਪਰਿਵਾਰਾਂ ਦੀ ਜਦੋਂ ਗੱਲ ਕਰਦੇ ਹਾਂ ਤੇ ਅੱਖਾਂ ਦੇ ਵਿੱਚ ਹੰਝੂ ਆਉਣੇ ਲਾਜ਼ਮੀ ਨੇ, ਪਰ ਉਹਨਾਂ ਦੇ ਹੱਕਾਂ ਦੇ ਲਈ ਗੱਲ ਕੋਈ ਨਹੀਂ ਕਰ ਰਿਹਾ। ਪਰ ਐਤਕੀ ਸੰਗਰੂਰ ਚੋਣਾਂ ਦੇ ਵਿੱਚ ਇਹ ਇੱਕ ਵੱਡਾ ਮੁੱਦਾ ਬਣਿਆ। ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਇਸ ਮੁੱਦੇ ਨੂੰ ਲੈ ਕੇ ਐਤਕੀ MP ਚੋਣਾਂ ਦੇ ਵਿੱਚ ਨਿਤਰੀ ਹੈ ਤੇ ਇਹਦੇ ਵਿੱਚ ਉਹਨਾਂ ਦੇ ਉਮੀਦਵਾਰ ਨੇ ਭੈਣ ਕਮਲਦੀਪ ਕੌਰ, ਜਿਨ੍ਹਾਂ ਦੇ ਭਰਾ ਖੁਦ ਇੱਕ ਬੰਦੀ ਸਿੰਘ ਨੇ ਜੋ ਕਿ ਅੱਜ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸੰਗਰੂਰ ਚੋਣਾਂ ਦੇ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਹੈ ਇਹ ਬੰਦੀ ਸਿੰਘਾਂ ਦਾ ਮੁੱਦਾ ਲੈ ਕੇ ਅੱਗੇ ਆਏ ਹੋ ਤੇ ਇਸ ਦੇ ਉੱਤੇ ਹੀ ਚੋਣਾਂ ਲੜ ਰਹੇ ਹੋ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਇਸ ਮੁੱਦੇ ਦੇ ਲਈ ਤੁਸੀਂ ਪਾਰਟੀ ਵੱਲੋਂ, ਸ਼੍ਰੋਮਣੀ ਪਾਰਟੀ ਦੇ ਵੱਲੋਂ ਹੀ ਕਿਉਂ ਚੋਣਾਂ ਲੜਨ ਦੀ ਸੋਚੀ? ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਸੀ ਕਿ ਇਸ ਵਾਰ ਜਿਹੜੀਆਂ ਇਹ ਜਿਮਨੀ ਚੋਣਾਂ ਨੇ ਇਹਨਾਂ ਦੇ ਵਿੱਚ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਹੀ ਚੋਣ ਲੜਾਈ ਜਾਵੇ ਤੇ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਣ ਇਸ ਮੁੱਦੇ ਤੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਹਨਾਂ ਨੇ ਸਾਂਝਾ ਉਮੀਦਵਾਰ ਕਿਹਾ ਸੀ ਤੇ ਸਾਡੇ ਕੋਲੇ ਸੰਤ ਸਮਾਜ ਤੇ ਬੰਦੀ ਸਿੰਘਾਂ ਦੇ ਜਿਹੜੇ ਰਿਹਾਈ ਮੋਰਚਾ ਸੀ, ਪਰਿਵਾਰ ਸੀ, ਉਹ ਆਏ ਸੀ। ਉਹਨਾਂ ਨੇ ਮੈਨੂੰ ਉਮੀਦਵਾਰ ਐਲਾਨਿਆ ਸੀ ਆਜ਼ਾਦ ਤੌਰ ਤੇ, ਸਾਂਝੇ ਤੌਰ ਤੇ ਉਹਦੇ ਲਈ ਮੈਂ ਅਸਮਰੱਥਾ ਜ਼ਾਹਰ ਕੀਤੀ ਸੀ ਕਿ ਅਸੀਂ ਲੜ ਨਹੀਂ ਸਕਦੇ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਆਏ ਸੀ ਕਿ ਤੁਸੀਂ ਪੰਥਕ ਧਿਰਾਂ ਵੱਲੋਂ ਸਾਂਝੇ ਤੌਰ ਤੇ ਉਮੀਦਵਾਰ ਬਣੋ। ਤੇ ਫਿਰ ਅਸੀਂ ਕਿਹਾ ਸੀ ਕਿ ਵੀਰ ਜੀ ਰਾਜੋਆਣਾ ਜੀ ਕੋਲ ਜਾਵਾਂਗੇ, ਲੇਕਿਨ ਜਦੋਂ ਵੀਰ ਜੀ ਰਾਜੋਆਣਾ ਜੀ ਕੋਲ ਗਏ ਤਾਂ ਉਹ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਾਂਗੇ ਤੇ ਸਾਰੀਆਂ ਪੰਥਕ ਧਿਰਾਂ ਸਾਥ ਦੇਣ। ਸਿਮਰਜੀਤ ਮਾਨ ਨੇ ਜਿਹੜੇ ਉਹ ਵੀ ਗੱਲ ਕਰ ਰਹੇ ਸੀ ਪੰਥਕ ਇਕੱਠ ਦੇ ਵਿੱਚ ਉਹਨਾਂ ਦਾ ਵੀ ਨਾਮ ਸੀ, ਪਰ ਉਹ ਪੰਥਕ ਇਕੱਠ ਹੋ ਨਹੀਂ ਪਾਇਆ। ਤੁਹਾਨੂੰ ਨਹੀਂ ਲੱਗਦਾ ਜੇ ਇਕੱਠੇ ਚੋਣ ਲੜਦੇ ਤਾਂ ਸ਼ਾਇਦ ਅੱਛਾ ਮੈਂਡੇਟ ਮਿਲਦਾ? ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸਾਰੀ ਸਿੱਖ ਕੌਮ ਆਪਣਾ ਸਮਰਪਿਤ ਆ। ਸਾਰੇ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ, ਛੇਵੇਂ ਪਾਤਸ਼ਾਹ ਜੀ ਦੇ ਘਰ ਤੋਂ, ਉਹਨਾਂ ਤੋਂ ਉੱਥੋਂ ਹੁਕਮ ਆਇਆ ਮੰਨਦੀ ਹੈ ਤੇ ਸਾਰੇ ਸਿਰ ਝੁਕਾਉਂਦੇ ਨੇ ਤੇ ਸਾਰੀਆਂ ਪੰਥਕ ਧਿਰਾਂ ਇਸ ਮੁੱਦੇ ਤੇ ਇਕੱਠੀਆਂ ਨੇ। ਕਿਉਂਕਿ ਇੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਉਠਾਉਣਾ ਬਹੁਤ ਵੱਡੀ ਗੱਲ ਆ ਇਹ, ਕਿਉਂਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਭਗਵੰਤ ਮਾਨ ਜੀ ਹੋਣ, ਚਾਹੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੋਣ, ਇਹ ਸਾਰੇ ਚੋਣਾਂ ਤੋਂ ਪਹਿਲਾਂ ਬਿਆਨ ਦਿੰਦੇ ਸੀ। ਭਗਵੰਤ ਮਾਨ ਜੀ ਵੀ ਬਿਆਨ ਦਿੰਦੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਬਿਆਨ ਦਿੰਦੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਦ ਹੁਣ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਚੱਲਿਆ ਜਾ ਰਿਹਾ ਤਾਂ ਹੁਣ ਉਹਨਾਂ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਕੋਈ ਮੁੱਦਾ ਨਹੀਂ ਹੈਗਾ ਸੀ। ਤੇ ਤੁਸੀਂ ਕਿਵੇਂ ਦੇਖਦੇ ਹੋ, ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੈਗੇ ਹੋ, ਲੋਕਾਂ ਦੇ ਵੱਲੋਂ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਆ ਰਿਹਾ ਕਿ ਲੋਕ ਤੁਹਾਡੀ ਗੱਲ ਸੁਣ ਰਹੇ ਨੇ ਕਿ ਤੁਹਾਨੂੰ ਨਹੀਂ ਪੁੱਛਦੇ ਕਿ ਬੰਦੀ ਸਿੰਘਾਂ ਤੋਂ ਇਲਾਵਾ ਵੀ ਤਾਂ ਹੋਰ ਮੁੱਦੇ ਨੇ ਸੰਗਰੂਰ ਦੇ ਵਿੱਚ ਜੋ ਹੋਣੇ ਚਾਹੀਦੇ ਨੇ? ਅਸੀਂ ਜਦੋਂ ਵੀ ਲੋਕਾਂ ਦੇ ਵਿੱਚ ਜਾਂਦੇ ਹਾਂ ਤੇ ਲੋਕਾਂ ਦੇ ਵਿੱਚ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਦਰਦ, ਬੰਦੀ ਸਿੰਘਾਂ ਦਾ ਦਰਦ ਰੱਖਦੇ ਹਾਂ। ਤੁਸੀਂ ਯਕੀਨ ਕਰੋ ਕਿ ਕਿਸੇ ਇੱਕ ਵੀ ਬਜ਼ੁਰਗ, ਕਿਸੇ ਇੱਕ ਵੀ ਮਾਤਾ, ਕਿਸੇ ਇੱਕ ਵੀ ਨੌਜਵਾਨ ਨੇ ਮਤਲਬ ਸਾਨੂੰ ਇਹ ਸਵਾਲ ਨਹੀਂ ਕੀਤਾ। ਹਰ ਬਜ਼ੁਰਗ, ਹਰ ਉੱਥੇ ਬੈਠੀ ਮਾਤਾ, ਹਰ ਭੈਣ ਦੀਆਂ ਅੱਖਾਂ ਦੇ ਵਿੱਚ ਅਸੀਂ ਉਹ ਦਰਦ ਨੂੰ ਮਹਿਸੂਸ ਕੀਤਾ। ਹਰ ਬਜ਼ੁਰਗ ਸਿਰ ਤੇ ਹੱਥ ਰੱਖ ਕੇ ਹੀ ਕਹਿੰਦਾ ਸੀ ਕਿ ਅਸੀਂ ਤੁਹਾਡੇ ਨਾਲ ਆ। ਬਾਕੀ ਬੰਦੀ ਸਿੰਘਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਆ। ਕਿਸੇ ਨੇ ਵੀ ਸਾਡੇ ਨਾਲ ਇਹ ਗੱਲ ਨਹੀਂ ਕੀਤੀ ਕਿ ਜੀ ਸਾਡੀ ਇਹ ਤਕਲੀਫ ਆ ਜਾਂ ਉਹ ਮੁੱਦਾ ਗਾ। ਅਸੀਂ ਸਾਰਿਆਂ ਜਿੱਥੇ ਜਿੱਥੇ ਵੀ ਅਸੀਂ ਗਏ ਹਾਂ, ਕਿਉਂਕਿ ਸਾਡੇ ਕੋਲੇ ਚੋਣ ਪ੍ਰਚਾਰ 10 ਦਿਨ ਹੀ ਅਸੀਂ ਇਸ ਹਲਕੇ ਦੇ ਵਿੱਚ ਜਾ ਸਕੇ ਹਾਂ, ਉਹ ਵੀ ਕੁਝ ਕੁ ਪਿੰਡਾਂ 'ਚ। ਜਿੱਥੇ ਜਿੱਥੇ ਵੀ ਅਸੀਂ ਗਏ ਹਾਂ, ਜਿੱਥੇ ਜਿੱਥੇ ਵੀ ਸੁਨੇਹਾ ਜਾਂਦਾ ਤਾਂ ਸਾਰੇ ਉਸ ਦਰਦ ਨੂੰ ਮਹਿਸੂਸ ਕਰਦੇ ਆ ਤੇ ਸਾਰੇ ਇਹ ਚਾਹੁੰਦੇ ਆ ਕਿ ਇਸ ਬੇਇਨਸਾਫੀ ਹੋਈ ਆ ਬਹੁਤ ਵੱਡੀ ਤੇ ਇਹਦੇ ਖਿਲਾਫ ਸਾਥ ਦੇਣਾ ਚਾਹੀਦਾ। ਬਾਕੀ ਕੈਂਡੀਡੇਟਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਵੇਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਲੋਕਾਂ ਦਾ ਪਿਆਰ ਮਿਲਿਆ ਤੇ 92 ਉਹਨਾਂ ਨੇ MLA ਦਿੱਤੇ। ਉੱਥੇ ਹੀ ਅਗਰ ਕਾਂਗਰਸ ਦੀ ਗੱਲ ਕਰ ਲਿੱਤੀ ਜਾਵੇ ਤਾਂ ਉਹਨਾਂ ਕੋਲ ਵੀ ਜਿਹੜੇ ਉਮੀਦਵਾਰ ਨੇ ਉਹ ਪਹਿਲਾਂ ਵੀ ਇੱਥੋਂ ਰਹਿ ਚੁੱਕੇ ਨੇ। BJP ਦੀ ਗੱਲ ਕਰ ਲਿੱਤੀ ਜਾਵੇ ਤਾਂ ਆਪਣੇ ਆਪ ਨੂੰ ਕਿੱਥੇ ਮੰਨਦੇ ਹੋ? ਮੈਂ ਆਪਣੇ ਆਪ ਨੂੰ ਇੰਨਾ ਹੀ ਸੋਚਦੀ ਹਾਂ ਕਿ ਮੈਂ ਸਿਰਫ ਆਪਣੇ ਬੰਦੀ ਸਿੰਘ ਵੀਰਾਂ ਦੀ ਲੜਾਈ ਲੜ ਰਹੀ ਹਾਂ। ਆਪਣੇ ਜਿਹੜੇ ਵੀਰ ਫਾਂਸੀ ਦੇ ਤਖਤੇ 'ਤੇ ਖੜ੍ਹੇ ਨੇ, ਮੈਂ ਉਹਨਾਂ ਦੇ ਲਈ ਸੰਘਰਸ਼ ਕਰ ਰਹੀ ਹਾਂ, ਇਨਸਾਫ ਦੇ ਲਈ। ਕਿਉਂਕਿ ਜਿਹੜਾ ਬੇਇਨਸਾਫੀ ਆ ਸਾਡੇ ਨਾਲ, ਕੌਮ ਦੇ ਨਾਲ, 84 ਤੋਂ ਲੈ ਕੇ ਅੱਜ ਤੱਕ ਜਾਰੀ ਆ। ਸਾਡੇ ਸਿੱਖਾਂ ਦਾ ਕੋਈ ਵੀ ਕਾਤਲ ਅਜਿਹਾ ਨਹੀਂ ਜਿਹੜਾ 25-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੋਵੇ। ਮਤਲਬ ਸਾਡਾ ਸਵਾਲ ਇਹ ਆ ਕਿ ਜਿਹੜਾ ਕਾਨੂੰਨ ਆ ਸਾਡੇ ਦੇਸ਼ ਦਾ, ਕਿ ਉਹ ਸਾਡੇ ਸਿੱਖਾਂ ਦੇ ਕਾਤਲਾਂ 'ਤੇ ਲਾਗੂ ਕਿਉਂ ਨਹੀਂ ਹੁੰਦਾ?
ਤੇ ਜਿਹੜੇ ਸਾਡੇ ਵੀਰ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾਵਾਂ ਕੱਟ ਚੁੱਕੇ ਆ, ਕਿਉਂਕਿ ਉਮਰ ਕੈਦ ਆ ਜਿਹੜੀ ਪੰਜਾਬ ਦੇ ਵਿੱਚ ਉਮਰ ਕੈਦ 14 ਸਾਲ ਦੀ ਹੁੰਦੀ ਆ ਜੀ। 10-12 ਸਾਲ ਤੋਂ ਬਾਅਦ ਪੈਰੋਲ ਮਿਲਣੀ ਸ਼ੁਰੂ ਹੋ ਜਾਂਦੀ ਆ। ਤੇ ਇੱਥੇ ਤਾਂ ਮਤਲਬ ਮੇਰੇ ਵੀਰ ਜੀ ਜਿਵੇਂ 28 ਸਾਲ ਹੋ ਗਏ, 28 ਸਾਲਾਂ ਦੇ ਵਿੱਚ ਅੱਜ ਵੀ ਫਾਂਸੀ ਚੱਕੀ 'ਚ ਬੈਠੇ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। 30 ਸਾਲ ਹੋ ਗਏ, 32 ਸਾਲ ਹੋ ਗਏ, ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਆ, ਕਿਸੇ ਦਾ ਵੀ ਫੈਸਲਾ ਨਹੀਂ ਹੋ ਰਿਹਾ। ਤੇ ਅਸੀਂ ਇਹੀ ਸੋਚਦੇ ਹਾਂ ਕਿ ਇੰਨੀ ਵੱਡੀ ਬੇਇਨਸਾਫੀ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਚਾਹੇ ਉਹ ਭਗਵੰਤ ਮਾਨ ਜੀ ਹੋਣ, ਕੋਈ ਭਗਵੰਤ ਮਾਨ ਜੀ ਦਾ ਤਾਂ ਇਹ ਹੈ ਕਿ ਪਹਿਲਾਂ ਕਹਿੰਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਓ, ਜਦ ਅੱਜ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਦਾ ਮਸਲਾ ਦੇਖੋ, ਸੁਪਰੀਮ ਕੋਰਟ ਵੀ ਕਹਿ ਚੁੱਕੀ ਆ ਕਿ ਰਿਹਾਈ ਕਰੋ, ਕੇਂਦਰ ਸਰਕਾਰ ਵੀ ਕਹਿ ਚੁੱਕੀ ਆ ਰਿਹਾਈ ਕਰੋ, ਕੇਜਰੀਵਾਲ ਦੇ ਕੋਲ ਫਾਈਲ ਆ, ਜੇ ਅੱਜ ਇੱਕ ਸਾਈਨ ਕਰ ਦੇਣ ਤਾਂ ਭਾਈ ਭੁੱਲਰ ਜੀ ਆਪਦੇ ਘਰੇ ਵਾਪਸ ਆ ਜਾਣਗੇ। ਔਰ ਸਭ ਤੋਂ ਵੱਡੀ ਗੱਲ, ਜਿਵੇਂ ਸਾਡਾ ਘਰ ਉਜੜਿਆ ਹੋਇਆ, ਭਾਈ ਭੁੱਲਰ ਜੀ ਦਾ ਘਰ ਵੀ ਉਵੇਂ ਹੀ ਉਜੜਿਆ ਹੋਇਆ। ਉਹਨਾਂ ਦੇ ਮਾਤਾ ਜੀ ਉਡੀਕਦਿਆਂ ਚਲੇ ਗਏ, ਜਿਵੇਂ ਸਾਡੇ ਮਾਤਾ ਪਿਤਾ ਉਡੀਕਦਿਆਂ ਵੀਰ ਜੀ ਨੂੰ ਇਸ ਦੁਨੀਆ ਤੋਂ ਚਲੇ ਗਏ। ਔਰ ਇਹ ਵੀ ਦੱਸਦਾ ਕਿ 28 ਸਾਲਾਂ 'ਚ 1 ਘੰਟੇ ਦੀ ਪੈਰੋਲ ਵੀਰ ਜੀ ਰਾਜੋਆਣਾ ਜੀ ਨੂੰ ਮਿਲੀ ਸੀਗੀ, ਉਹ ਵੀ ਸਾਡੇ ਪਿਤਾ ਜੀ ਦੇ ਭੋਗ ਤੇ ਅੰਤਿਮ ਅਰਦਾਸ 'ਚ। ਇਦੋਂ ਵੱਡੀ ਬੇਇਨਸਾਫੀ ਹੋਰ ਕੀ ਹੋ ਸਕਦੀ ਹੈ ਜੀ। ਪਰ ਕਮਲਦੀਪ ਕੌਰ ਜੀ, ਤੁਸੀਂ ਆਵੇ ਤਾਂ ਦੇਖੋ ਨਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਹੈ ਉਹ ਐਮਪੀ ਚੋਣਾਂ ਲੜ ਰਹੇ ਹੈਗੇ ਹੋ, ਆਲਰੇਡੀ ਉਹਨਾਂ ਦੇ 2 ਐਮਪੀ ਪਾਰਲੀਮੈਂਟ ਦੇ ਵਿੱਚ ਹੈਗੇ ਨੇ, ਉਹਨਾਂ ਨੇ ਹਾਲੇ ਤੱਕ ਬੰਦੀ ਸਿੰਘਾਂ ਨੂੰ ਲੈ ਕੇ ਕਿਉਂ ਨਹੀਂ ਆਵਾਜ਼ ਚੁੱਕੀ ਹੈ? ਉਹ ਹਾਲੇ ਤੱਕ ਕਿਉਂ ਨਹੀਂ ਰਿਹਾ ਕਰਵਾ ਪਏ? ਕਮੀ ਕਿੱਥੇ ਹੈ ਕਿ ਉਹ ਤੁਸੀਂ ਕਮੀ ਪੂਰੀ ਕਰੋਗੇ ਜਾ ਕੇ? ਇਹਦੇ ਲਈ ਤੁਹਾਨੂੰ ਇਤਿਹਾਸ 'ਚ ਜਾਣਾ ਪਏਗਾ। ਜਦੋਂ ਮਾਨ ਸਾਹਿਬ ਜੇਲ੍ਹ ਦੇ ਵਿੱਚ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਜੇਲ੍ਹ 'ਚੋਂ ਰਿਹਾ ਕਰਵਾਇਆ ਗਿਆ ਸੀ। ਫਿਰ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਬਿਮਲ ਕੌਰ ਖਾਲਸਾ ਜੀ, ਜਿਹੜੇ ਸ਼ਹੀਦ ਬੇਅੰਤ ਸਿੰਘ ਜੀ ਦੇ ਪਤਨੀ ਸੀਗੇ, ਸ਼ਹੀਦ ਬੇਅੰਤ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਤਲ ਕੀਤਾ ਸੀਗਾ, ਜਦੋਂ ਕੌਮ ਦੇ ਮਾਨ ਸਨਮਾਨ ਲਈ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਹੋਣਾ ਜੀ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਪੂਰਾ ਸਮੁੱਚਾ ਖਾਲਸਾ ਪੰਥ ਨੇ ਫੈਸਲਾ ਕੀਤਾ ਸੀ ਕਿ ਬੀਬੀ ਬਿਮਲ ਕੌਰ ਖਾਲਸਾ ਜੀ ਨੂੰ ਪਾਰਲੀਮੈਂਟ ਭੇਜਿਆ ਜਾਵੇ। ਉਹਦਾ ਕਾਰਨ ਕੀ ਸੀਗਾ ਕਿ ਸਮੁੱਚੀ ਕੌਮ ਇਹ ਪ੍ਰਗਟਾਵਾ ਕਰ ਰਹੀ ਸੀ ਕਿ ਸਮੁੱਚੀ ਕੌਮ ਉਹਨਾਂ ਦੇ ਨਾਲ ਆ, ਕਿ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾ ਸਕੇ ਕਿ ਜਿਹੜੀ ਕੌਮ ਆਪਣੇ ਯੋਧਿਆਂ ਦੇ ਨਾਲ ਖੜੀ ਆ, ਜਿਨ੍ਹਾਂ ਨੇ ਕੌਮ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਅੱਜ ਵੀ ਉਹੀ ਚੀਜ਼ ਆ ਕਿ 28 30 ਸਾਲ ਹੋ ਗਏ, ਇੰਨੀ ਵੱਡੀ ਬੇਇਨਸਾਫੀ ਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਇਹੀ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ 'ਚੋਂ ਜਾਵੇ। ਜੇਕਰ ਬੰਦੀ ਸਿੰਘ ਪਰਿਵਾਰ ਪਾਰਲੀਮੈਂਟ 'ਚ ਜਾਂਦਾ ਗਾ, ਇਹ ਮਤਲਬ ਕੇਂਦਰ ਸਰਕਾਰ ਨੂੰ, ਪੂਰੀ ਦੁਨੀਆ ਦੇ ਵਿੱਚ ਇੱਕ ਸੁਨੇਹਾ ਹੋਏਗਾ ਕਿ ਸਾਰੇ ਧਰਮਾਂ ਵਰਗਾਂ ਦੇ ਲੋਕ, ਸਾਰੀ ਸਿੱਖ ਸ਼ਕਤੀ ਨੇ ਇਕੱਠੇ ਹੋ ਕੇ ਇਸ ਬੇਇਨਸਾਫੀ ਦੇ ਖਿਲਾਫ ਇੱਕ ਸੁਨੇਹਾ ਦਿੱਤਾ ਗਾ ਕਿ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਰਿਹਾ ਹੋਣੇ ਚਾਹੀਦੇ ਨੇ। ਜਿੱਥੋਂ ਤੱਕ ਪਾਰਲੀਮੈਂਟ ਦੀ ਗੱਲ ਆ ਕਿ ਇੱਕ ਦਰਦ ਹੰਢਾਇਆ ਹੁੰਦਾ ਤੇ ਇੱਕ ਦਰਦ ਆਪਾਂ ਕਿਸੇ ਦੂਸਰੇ ਦੇ ਦਰਦ ਨੂੰ ਬਿਆਨ ਕਰਦੇ ਹੁੰਦੇ ਆ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਆ। ਹੁਣ ਤੁਸੀਂ ਤਾਂ ਆਪਣੇ ਵੱਲੋਂ ਜਿਹੜਾ ਹੈ ਪਾਰਟੀ ਵੀ ਚੁਣੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਇੱਕ ਮਕਸਦ ਹੈਗਾ ਉਹ ਵੀ ਸਾਰਿਆਂ ਦੇ ਵਿੱਚ ਤੁਸੀਂ ਉਹਨੂੰ ਲੈ ਕੇ ਵਿਚਰ ਰਹੇ ਹੈਗੇ, ਪਰ ਤੁਹਾਨੂੰ ਲੱਗਦਾ ਹੈ ਕਿ ਅਗਰ ਸੰਗਰੂਰ ਦੀ ਜਨਤਾ ਤੁਹਾਨੂੰ ਤੁਹਾਡੇ ਹੱਕ ਦੇ ਵਿੱਚ ਨਹੀਂ ਨਿੱਤਰਦੀ ਤਾਂ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚ ਜ਼ਰੂਰ ਨਮੋਸ਼ੀ ਜਾਏਗੀ? ਅਸੀਂ 28 ਸਾਲਾਂ ਤੋਂ ਸੰਘਰਸ਼ ਲੜ ਰਹੇ ਹਾਂ ਵੀਰ ਜੀ। ਜਿਵੇਂ ਫਾਂਸੀ ਦੀ ਸਜ਼ਾ ਦਾ ਫੈਸਲਾ ਗਾ, ਤੁਸੀਂ ਦੇਖੋ ਕਿ ਉਹ ਅਪੀਲ 11 ਸਾਲਾਂ ਤੋਂ ਫੈਸਲਾ ਨਹੀਂ ਹੋਇਆ। 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਸੀ ਕਿ 8 ਬੰਦੀ ਸਿੰਘਾਂ ਦੀ ਰਿਹਾਈ, ਵੀਰ ਜੀ ਦੀ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਂਦੀ ਆ। ਉਹ ਫੈਸਲਾ ਵੀ ਉਹ ਮੁੱਕਰ ਗਏ, ਸੁਪਰੀਮ ਕੋਰਟ 'ਚ ਗਏ। ਫਿਰ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਪਾਈ ਗਈ ਵੀਰ ਜੀ ਰਾਜੋਆਣਾ ਜੀ ਵੱਲੋਂ ਕਿ ਜਿਹੜਾ ਅਪੀਲ ਤੇ ਫੈਸਲਾ ਹੋਵੇ। ਸੁਪਰੀਮ ਕੋਰਟ ਨੇ 6 ਵਾਰ ਕੇਂਦਰ ਸਰਕਾਰ ਨੂੰ ਕਿਹਾ ਕਿ ਫੈਸਲਾ ਕਰੋ, ਫਿਰ ਵੀ ਫੈਸਲਾ ਨਹੀਂ ਹੋ ਰਿਹਾ। ਤੇ ਸਾਡਾ ਤਾਂ, ਮੇਰੇ ਲਈ ਇੱਕ ਸੰਘਰਸ਼ ਆ। ਦੇਖੋ, ਭੈਣ ਭਰਾ ਸ਼ਹੀਦ ਹੋ ਗਏ, ਮਾਤਾ ਪਿਤਾ ਵੀਰ ਜੀ ਨੂੰ ਉਡੀਕਦਿਆਂ ਚਲੇ ਗਏ, ਤੇ ਅਸੀਂ ਤਾਂ ਮਤਲਬ ਉਸ ਟਾਈਮ ਤੋਂ ਸਾਡਾ ਇੱਕੋ ਹੀ ਸੰਘਰਸ਼ ਆ, ਵੀਰ ਜੀ ਹੁਣਾਂ ਨੂੰ ਘਰੇ ਲੈ ਕੇ ਆਉਣਾ। ਤੇ ਮੇਰੇ ਲਈ ਇਹ ਵੀ ਇੱਕ ਸੰਘਰਸ਼ ਦੀ ਕੜੀ ਆ। ਤੇ ਮੈਂ ਤਾਂ ਇਹ ਆ ਕਿ ਵੀਰ ਜੀ ਹੁਣਾਂ ਨੂੰ, ਆਪਣਿਆਂ ਨੂੰ ਘਰੇ ਲਿਆਉਣ ਲਈ ਪਹਿਲਾਂ ਵੀ ਸੰਘਰਸ਼ ਕੀਤਾ, ਇਹ ਵੀ ਮੇਰੇ ਲਈ ਇੱਕ ਸੰਘਰਸ਼ ਆ ਤੇ ਅੱਗੇ ਵੀ ਕਰਦੀ ਰਹਾਂਗੀ। ਜਦੋਂ ਤੱਕ ਵੀਰ ਜੀ ਹੁਣੇ ਆ ਨਹੀਂ ਜਾਂਦੇ, ਮੇਰਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ। ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਐਮਪੀ ਉਮੀਦਵਾਰ ਕਮਲਦੀਪ ਕੌਰ, ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਤਾਂ ਸੰਘਰਸ਼ ਦੇ ਵਿੱਚ ਹਾਂ। 28 ਸਾਲ ਹੋ ਗਏ ਪਹਿਲਾਂ ਸੰਘਰਸ਼ ਕਰਦਿਆਂ ਨੂੰ ਤੇ ਹੁਣ ਚੋਣਾਂ ਲੜ ਕੇ ਵੀ ਸੰਘਰਸ਼ ਕਰ ਰਹੀ ਹਾਂ। ਜੇਕਰ ਸੰਗਰੂਰ ਦੀ ਜਨਤਾ ਉਹਨਾਂ ਦੇ ਹੱਕ ਦੇ ਵਿੱਚ ਨਿੱਤਰਦੀ ਹੈ, ਫਿਰ ਤਾਂ ਸਰਕਾਰ ਨੂੰ ਸੁਨੇਹਾ ਜਾਏਗਾ ਕਿ ਸਾਰੇ ਧਰਮਾਂ ਦੇ ਲੋਕ ਚਾਹੁੰਦੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ, ਔਰ ਅਗਰ ਅਜਿਹਾ ਨਹੀਂ ਹੁੰਦਾ ਤਾਂ ਜਿਸ ਤਰ੍ਹਾਂ ਉਹਨਾਂ ਦਾ ਸੰਘਰਸ਼ ਪਹਿਲਾਂ ਜਾਰੀ ਸੀ ਉਸੇ ਤਰ੍ਹਾਂ ਚੱਲਦਾ ਰਹੇਗਾ।
ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਸੰਗਰੂਰ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।